ਵਡਭਾਗੇ ਹਾਂ ਆਪਾਂ ਸਾਰੇ, ਜਿੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰਦੇ ਹੋ, ਉੱਥੇ ਤੁਸੀਂ ਬਾਬਾ ਜੀ ਨਾਲ ਵੀ ਬੜਾ ਪਿਆਰ ਕਰਦੇ ਹੋ, ਅਤੇ ਬਾਬਾ ਜੀ ਵੀ ਤੁਹਾਡੇ ਨਾਲ ਪਿਆਰ ਕਰਦੇ ਹਨ। ਇਹਦਾ ਹੁਣ ਸਬੂਤ ਪਤਾ ਕੀ ਆ? ਤੁਸੀਂ ਕਹੋ ਜੀ ਕੀ ਸਬੂਤ ਹੈ? ਬਾਬਾ ਜੀ ਦਾ ਫੋਨ ਆ ਗਿਆ ਹੈ। ਬਾਬਾ ਜੀ ਨੇ ਆਪਣੇ ਬਚਨਾਂ ਨੂੰ ਫੋਨ ਦੇ ਰਾਹੀਂ ਤੁਹਾਨੂੰ ਸਰਵਣ ਕਰਾਉਣਾ ਹੈ। ਤਾਂ ਮੈਂ ਬੇਨਤੀ ਕਰਾਂਗਾ ਗੁਰਦੇਵ ਸਿੰਘ ਨੂੰ ਕਿ ਜਦੋਂ ਬਾਬਾ ਜੀ ਬਚਨ ਕਰਨ, ਕਿਉਂਕਿ ਉਹਨਾਂ ਦੇ ਸਾਹਮਣੇ ਵੀ ਉਹ ਟੈਲੀਵਿਜ਼ਨ ਨੈੱਟ ਦੇ ਰਾਹੀਂ ਜੋ ਸੰਤ ਅਜਮੇਰ ਸਿੰਘ ਜੀ ਕਲਾ ਵਰਤਾਉਂਦੇ ਰਹਿੰਦੇ ਆ ਬੈਠੇ, ਅਤੇ ਤੁਹਾਡੇ ਵੀ ਦਰਸ਼ਨ ਬਾਬਾ ਜੀ ਨੇ ਕਰ ਲੈਣੇ ਆ ਕਿ ਕਿਹੜੇ ਕਿਹੜੇ ਬੈਠੇ ਆ। ਤਾਂ ਮੈਂ ਇਸ ਵਾਸਤੇ ਬੇਨਤੀ ਕਰ ਦੇਵਾਂ, ਹਰ ਪੂਰਨਮਾਸ਼ੀ ਦੇ ਨਾ 10 ਤਕਰੀਬਨ ਕਹਿੰਦਾ ਕਿ ਸੰਗਤ ਤਾਂ ਬੈਠੀ ਰਹਿੰਦੀ ਹੈ, ਥੋੜ੍ਹੇ ਜਿਹੜੇ ਸੰਗੀ ਆ ਨਾ, ਸੰਗੀ ਤੁਸੀਂ ਵੀ ਹੋ, ਪਰ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਨੈਗੇਟਿਵ ਵਰਤੀ ਸਮਝਦੇ ਆ ਨਾ, ਬਾਬਾ ਜੀ ਵੀ ਸੁਣਦੇ ਹੋਣੇ ਆ ਕਿ ਭੋਲਾ ਕੀ ਕਹਿ ਰਿਹਾ। ਖੈਰ, ਕਿਉਂਕਿ ਮੈਂ ਕੋਈ ਕਿਸੇ ਨੂੰ ਕੋਈ ਚੋਟ ਨਹੀਂ ਕਰਨਾ ਚਾਹੁੰਦਾ, ਮੈਂ ਇਹ ਚਾਹੁੰਦਾ ਕਿ ਉਹ ਵੀ ਬਸ ਗੁਰੂ ਦੀ ਗੋਦ 'ਚ ਬਹਿ ਕੇ ਨਿੱਘ ਮਾਰ ਲੈਣ। ਮੇਰਾ ਵੀ ਮਨੋਰਥ ਇੰਨਾ ਹੀ ਹੈ ਕਿ ਜਿਹੜੇ ਸਿਰਫ ਇਹ ਸੋਚਦੇ ਹਨ ਕਿ ਬਾਬਾ ਜੀ ਨਹੀਂ ਹੈ, ਚਲੋ ਮੱਥਾ ਟੇਕੋ ਚਲੇ ਜਾਵੋ। ਅਤੇ ਦਾਸ ਨੇ ਸਭ ਪਹਿਲੇ ਦਿਨਾਂ 'ਚ ਆਪ ਜੀ ਨੂੰ ਕਥਾ ਸੁਣਾਈ ਹੋਣੀ ਹੈ, ਕਿਸੇ ਦਿਨ ਕਿਹਾ ਹੋਣਾ ਕਿ ਤੁਸੀਂ ਉਹ ਪ੍ਰੇਮੀ ਹੋ ਜਿਹੜੇ ਪਹਿਲੇ ਪ੍ਰਾਹੁਣਿਆਂ ਦੀ ਤਰ੍ਹਾਂ ਹੋ, ਜਿਹਨੂੰ ਗੁਰੂ ਆਪਣੀ ਗੋਦ 'ਚ ਉੱਠਣ ਹੀ ਨਹੀਂ ਦੇਣਾ ਚਾਹੁੰਦਾ। ਤੁਸੀਂ ਉਹ ਦਾਸ ਨੇ ਕਿਹਾ ਸੀ ਨਾ ਕਿ 3 ਤਰ੍ਹਾਂ ਦੇ ਪ੍ਰਾਹੁਣੇ ਹੁੰਦੇ ਆ, ਅਤੇ ਪਹਿਲੇ ਪ੍ਰਾਹੁਣੇ ਜਿਨ੍ਹਾਂ ਨੂੰ ਸਤਸੰਗ, ਜਿਹਨੂੰ ਗੁਰੂ ਰਹਿਮਤ ਕਰਦਾ, ਬਖਸ਼ਿਸ਼ ਕਰਦਾ, ਆਪਣੀ ਗੋਦ ਵਿੱਚੋਂ ਉੱਠਣ ਦਾ ਬਸ ਸਮਾਂ ਹੀ ਨਹੀਂ ਦਿੰਦਾ, ਉਹਨੂੰ ਕਿਵੇਂ ਨਾ ਕਿਵੇਂ ਬਿਠਾਈ ਰੱਖਦਾ ਹੈ। ਤੁਸੀਂ ਉਹਨਾਂ ਪ੍ਰਾਹੁਣਿਆਂ 'ਚੋਂ ਭਲਕੇ ਉੱਠ ਪ੍ਰਾਹੁਣਾ ਮੇਰੇ ਘਰ, ਆਪਾਂ ਸਾਰੇ ਗੁਰੂ ਦੇ ਪ੍ਰਾਹੁਣੇ ਬਣੇ ਬੈਠੇ ਹਾਂ ਸਤਸੰਗੀ ਜਨੋਂ। ਸੋ ਮੈਂ ਹੁਣ ਸੰਤ ਅਜਮੇਰ ਸਿੰਘ ਜੀ ਨੂੰ ਕਹਾਂਗਾ, ਬਾਬਾ ਜੀ ਆਪਣੇ ਪਵਿੱਤਰ ਪ੍ਰਵਚਨਾਂ ਦੁਆਰਾ ਆਪ ਸਭ ਸੰਗਤਾਂ ਨੂੰ ਨਿਹਾਲ ਕਰਨਗੇ। ਇਤਨੀ ਦੂਰ ਬੈਠੇ ਹਨ। ਦਾਸ ਦੀ ਕੱਲ੍ਹ ਰਾਤੀ ਗੱਲ ਹੋਈ ਸੀ, ਮੈਂ ਕਿਹਾ ਬਾਬਾ ਜੀ ਕੀ ਪ੍ਰੋਗਰਾਮ? ਬਾਬਾ ਜੀ ਕਹਿੰਦੇ ਸਰੀਰ ਇਜਾਜ਼ਤ ਨਹੀਂ ਦੇ ਰਿਹਾ। ਮੈਂ ਇਹ ਵੀ ਆਪ ਜੀ ਨੂੰ ਬੇਨਤੀ ਕਰ ਦੇਵਾਂ, ਅੰਦਰ ਸੋਜਸ ਹੋ ਗਈ ਸੀ। ਬਾਬਾ ਜੀ ਨੇ ਕਿਹਾ 15 ਤਰੀਕ ਨੂੰ ਬਿਲਕੁਲ ਆਉਣ ਦੀ ਤਿਆਰੀ ਸੀਗੀ, ਪਰ 14 ਸ਼ਾਮ ਨੂੰ ਕੀ ਹੋਇਆ ਸਤਸੰਗੀ ਜਨੋਂ, ਅੰਦਰ ਉਹਨਾਂ ਦੇ ਸੋਜਸ ਹੋ ਗਈ, ਖਾਣਾ ਪੀਣਾ ਬੰਦ ਹੋ ਗਿਆ। ਬਾਬਾ ਜੀ ਨੇ ਆਖਿਆ ਕਿ 5 ਇੰਜੈਕਸ਼ਨ ਇੱਕ ਟਾਈਮ 'ਤੇ ਲੱਗਦੇ ਸਨ, ਅਤੇ ਡਾਕਟਰਾਂ ਨੇ ਕਹਿ ਦਿੱਤਾ ਕਿ ਲੰਬਾ ਸਫ਼ਰ ਨਹੀਂ ਕਰਨਾ। ਉਹ ਜਿਹੜੀ ਮਜਬੂਰੀ ਹੈ ਹੁਣ ਤੁਸੀਂ ਵੀ ਸਮਝ ਸਕਦੇ ਹੋ, ਦਾਸ ਵੀ ਸਮਝ ਰਿਹਾ। ਹੁਣ ਸੰਤ ਅਜਮੇਰ ਸਿੰਘ ਜੀ ਨੂੰ ਕਹਾਂਗੇ, ਬਾਬਾ ਜੀ ਦੇ ਪ੍ਰਵਚਨ ਆਪ ਜੀ ਨੂੰ ਫੋਨ ਦੇ ਰਾਹੀਂ, ਕਿਉਂਕਿ ਮਹਾਂਪੁਰਸ਼ ਹਰ ਵਕਤ ਸਾਡੇ ਨਾਲ ਹਨ, ਆਪਾਂ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਕੁਛ ਤਾਂ ਬਾਹਰੋਂ ਆ ਗਏ ਸੁਣ ਕੇ। सतगुरु साहिब जी की हजूरी विच हाजरियां भरते प्यार सत्कार साहिब गुरफतेह बुलाओ का खालसा वाहिगुरू फतेह। बहुत उच्चे भागां वाले हो जो इस समय पूर्णमासी से हाजरियां भर रहे हो। सतगुरु जी सब दियां हाजरियां दर प्रवान करन। मेरे कन्नां विच आवाज घुम के पै रही है, मैनूं फिर पता नहीं लगता मैं की बोलां। तो सात संगत आप सारे बहुत भागां वाले हो जो पूर्णमासी के दिहाड़े से पवित्र दिहाड़े से हाजरियां भर। ये धन बाबा महाराज जी का दिहाड़ा, धन धन सतगुरु नानक महाराज अवतार पुरब शुरू किया। कल तारण गुरु नानक आया। जदों संगतां ने पुछया बाबा महीने बाद
ਨਾਨਕ ਸਰ ਬਾਬਾ ਜੀ ਕਹਿੰਦੇ ਸਾਡਾ ਤਾਂ ਗੁਰੂ ਨਾਨਕ, ਸਾਡਾ ਭਗਵਾਨ ਵੀ ਗੁਰੂ ਨਾਨਕ, ਸਾਡਾ ਜੀਵਨ ਵੀ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਹੈ। ਸਥਾਨ ਦਾ ਨਾਮ ਰੱਖਿਆ ਤਾਂ ਵੀ ਨਾਨਕ ਸਰ ਰੱਖਿਆ। ਫਿਰ ਬਾਬਾ ਜੀ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੱਤਕ ਦੀ ਪੂਰਨਮਾਸ਼ੀ ਨੂੰ ਅਵਤਾਰ ਧਾਰਦੇ ਨੇ ਤੇ ਹਰ ਮਹੀਨੇ ਪੂਰਨਮਾਸ਼ੀ ਮਨਾਇਆ ਜਾਇਆ। ਉਦੋਂ ਤੋਂ ਧੰਨ ਧੰਨ ਗੁਰੂ ਨਾਨਕ ਮਹਾਰਾਜ ਦੇ ਅਵਤਾਰ ਪੁਰਬ ਨੂੰ ਆਉਂਦੇ ਹਾਂ। ਇਹ ਸਮਝ ਲਓ ਅੰਤਰ ਵੇਦਾਂ ਵਿੱਚ ਹਰ ਤੇ ਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਹਾੜਾ ਮਨਾਇਆ ਜਾਂਦਾ। तो साध संगत जी आओ गुरु के शब्द द्वारा चरणा नाल जुड़िए। सारी संगत जपियो धन करो धन धन करो धन करो धन करो धन धन करो धन करो धन करो धन धन करो मिल गत धन धन करो मिल गत धन करो धन करो धन करो धन करो सोई नाम दासुर बल पाण सोई नाम दासुर बल पाण सोई नाम दासुर बल पाण सोई नाम दासुर बल मिल संगत धन करो मिल धन करो धन धन करो धन बल भट्ट जी बल भट्ट कह रहे हैं कि सोई दास बल भण मित धन धन करो। ए साध मिल के ऐसे सतगुरां नूं धन धन आखो ना ना जिन्नी तुधनों धन कहया तिन जम नेड़ ना आया। गुरु नूं धन कहण नाल जमदूत नेड़े नहीं आउंदा। तो सोई रामदास गुरु वो हन गुरु रामदास जेड़े उच्चियां तुकां जिक्र कर जे सतगुर
ਨਾਇਨ ਕੇ ਕਹਿਣ। ਜਿਸ ਸਤਿਗੁਰੂ ਦੇ ਸਿਮਰਨ ਨਾਲ ਨੈਣਾਂ ਦਾ ਅੰਧੇਰਾ ਕਿਨਾਂ ਵਿੱਚ ਮਿਟ ਜਾਂਦਾ, ਛਿਣ ਵਿੱਚ ਮਿਟ। ਜਿਸ ਸਤਿਗੁਰੂ ਦੇ ਸਿਮਰਨ ਕਰਨ ਨਾਲ, ਸਤਿਗੁਰੂ ਦਾ ਧਿਆਨ ਕਰਨ ਨਾਲ ਅੱਖਾਂ ਵਿੱਚ ਅਧਿਆਤਮ ਜਾਂਦਾ ਹੈ। ਜਿਸ ਸਤਿਗੁਰਾਂ ਨੂੰ ਯਾਦ ਕਰਨ ਨਾਲ ਰੂਹਾਨੀਅਤ ਦੀ ਨਜ਼ਰ ਪ੍ਰਾਪਤ ਹੁੰਦੀ, ਸੰਸਾਰਿਕ ਤੋਂ ਸਦਾ ਹੁੰਦੀ ਹੈ, ਅਗਿਆਨ ਹਨੇਰਾ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਨੂੰ ਯਾਦ, ਜਿਸ ਸਤਿਗੁਰੂ ਨੂੰ ਯਾਦ ਕੀਤਿਆਂ ਇਹ ਅੰਦਰਲੀਆਂ ਅੱਖਾਂ ਦਾ ਅੰਧੇਰਾ ਦੂਰ ਹੁੰਦਾ ਹੈ। ਭਾਵ ਜਿਹੜੇ ਅਸੀਂ ਸੰਸਾਰ ਨੂੰ ਸੱਚ ਮੰਨਦੇ ਹਾਂ, ਉਸ ਸਤਿਗੁਰੂ ਨੂੰ ਸਿਮਰਨ ਨਾਲ ਉਸ ਸੱਚ ਦੀ ਪ੍ਰਾਪਤੀ ਹੁੰਦੀ ਹੈ। ਸੰਸਾਰ ਨੂੰ ਨਾਸ਼ਵਾਨ ਸਮਝ ਕੇ ਪਰਮੇਸ਼ਰ ਨੂੰ ਅਬਿਨਾਸ਼ੀ ਸੱਚ ਮੰਨਣ ਲੱਗਦਾ। ਫਿਰ ਹਿਰਦੇ ਸੱਚ ਆ ਜਾਂਦਾ, ਇਹ ਨੈਣਾਂ ਦਾ ਜਾਂਦਾ ਹੈ। ਇੱਥੇ ਮੈਨੂੰ ਇੱਕ ਨੈਣਾਂ ਦਾ ਬਾਹਰਲਾ ਦੂਰ ਹੁੰਦਾ ਤਾਂ ਸਿੰਘ ਜੀ ਕਿ ਧੰਨਵਾਦ ਮਹਾਰਾਜ ਆਏ, ਅੱਖਾਂ ਦੀ ਜੋਤ ਚਲੀ ਗਈ, ਬੱਚੀਆਂ ਸਨ। ਵੱਡੀ ਕਬੀਲਦਾਰੀ ਆ ਕੇ ਬੇਨਤੀ ਕਰਦੇ ਆ ਕਰੋ। ਅੱਖਾਂ ਅੰਨੀਆਂ ਹੋ, ਅੰਧਾ ਹੋ ਗਿਆ। ਬਾਬਾ ਜੀ ਨੇ ਕਿਹਾ ਜਾ ਬਈ ਧੰਨ ਰਾਮਦਾਸ ਪਾਤਸ਼ਾਹ ਦੇ ਉਸ ਅੰਮ੍ਰਿਤ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਿਆ ਕਰੋ। ਅੰਮ੍ਰਿਤ 40 ਦਿਨ ਉੱਥੇ ਜਾਓ, ਸਾਰਾ ਦੁੱਖ ਭੰਜਨੀ ਇਸ਼ਨਾਨ ਕਰਨਾ। ਉਸ ਤੋਂ ਬਾਅਦ ਮੰਦਰ ਬੈਠ ਕੇ ਸਰਵਣ ਕਰ। ਪਹਿਲਾਂ ਪਵਿੱਤਰ ਪਾਠ ਤੇ ਪਵਿੱਤਰ ਬਾਣੀ ਨਾਲ, ਪਹਿਲਾਂ ਤਨ ਦਾ ਇਸ਼ਨਾਨ, ਫਿਰ ਮਨ ਦਾ ਇਸ਼ਨਾਨ, ਫਿਰ ਪੁੰਨ ਵਧਣ। ਉਹ ਚਲੇ ਗਏ ਜੇ 17-18 ਦਿਨ ਹੀ ਹੋਏ ਸੀ ਇਵੇਂ ਨਿਯਮ ਨਿਭਾਉਂਦੇ ਆ। ਇੱਕ ਦਿਨ ਇਸ਼ਨਾਨ ਕਰਦਾ, ਉਹ ਸਰਦਾਰ ਕਹਿੰਦਾ ਆਪਣੀ ਪਤਨੀ ਨੂੰ, ਭਾਗਾਂ ਵਾਲੀਏ ਮੈਨੂੰ ਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਲੱਗਦਾ, ਮੇਰਾ ਠੀਕ ਹੋ ਗਏ, ਮੇਰਾ ਅੰਧੇਰਾ ਮਿਟ। ਤੋ ਸਤਸੰਗ ਸਤ ਪ੍ਰੰਤ ਬਲ ਕਵੀ ਬਲ ਭੱਟ ਕਹਿ ਰਹੇ ਨੇ, ਜੇ ਸਤਿਗੁਰ ਨੈਣਾ ਦਾ ਅੰਧੇਰਾ ਕਿਸ ਵਿੱਚ ਮਿਟ ਜਾਂਦਾ। ਜੈ ਸਤਿਗੁਰ ਜਿਹਦਾ ਹਰ ਨਾਮ, ਜਿਸ ਸਤਿਗੁਰੂ ਦੇ ਸਿਮਰਨ ਕਰਨ ਨਾਲ, ਜਿਸ ਸਤਿਗੁਰੂ ਦੇ ਸਰੂਪ ਦਾ ਧਿਆਨ ਕਰਨ ਨਾਲ ਦੇ ਵਿੱਚ ਨਾਮ ਦਿਨ ਪੱਕਾ ਹੁੰਦਾ ਜਾਂਦਾ, ਹੁੰਦਾ ਜਾਂਦਾ। ਨਾਮ ਜਪਦਾ ਹੁੰਦਾ, ਨਾਮ ਸਿੱਧ ਹੁੰਦਾ ਜਾਂਦਾ। ਸਤਿਗੁਰੂ ਦੇ ਦਰਸ਼ਨ ਨਾਲ, ਸਿਮਰਨ ਕਰਨ ਨਾਲ ਸਤਿਗੁਰ ਜੀ ਕੀ ਤਪਤ ਮਿਟਾਵੇ। ਜਿਸ ਸਤਿਗੁਰੂ ਦੇ ਸਿਮਰਨ ਕਰਨ ਨਾਲ ਇਸ ਹਿਰਦੇ ਦੀ ਇਹ ਜੀਵ ਤਪਤ ਮਿਟਾ ਲੈਂਦਾ ਹੈ। ਸਾਰੇ ਕਹਿੰਦੇ ਨਾ ਜੀ ਬੜਾ ਬੜੀ ਈਰਖਾ ਤਪਦਾ, ਨਿੰਦਾ ਚੁਗਲੀ ਵਿੱਚ ਤਪਦਾ। ਆ ਜਾਓ ਬਲ ਭੱਟ ਦੀ ਆਪਾਂ ਗੱਲ ਸੁਣ ਲਈਏ ਤੇ ਕਰ ਲਈਏ। ਜੇ ਸਤਿਗੁਰ ਜੀ ਕੀ ਤਪਤ ਜਾਂਦੀ ਹੈ, ਸਤਿਗੁਰੂ ਦੇ ਸਿਮਰਨ ਕਰਨਾ। ਜੇ ਸਤਿਗੁਰ ਸਿਮਰਨ ਨਾਮ ਜਿਸ ਸਤਿਗੁਰੂ ਦੇ ਸਿਮਰਨ ਨਾਲ ਰਿੱਧੀਆਂ ਤੇ ਨੌ ਦੇਖਿਆ ਇਹ ਜੀਵ ਪਾ ਲੈਂਦਾ ਹੈ। ਹਮ ਨਿੱਧੀ ਪਿੱਛੇ ਕੱਟੀਆਂ ਹੈ ਤੋ ਹਰ ਹਿਰਦਾ ਜੋ ਧੰਨ ਗੁਰੂ ਰਾਮ ਕਰਦਾ ਹੈ। 9 ਨਿੱਧਾ 18 ਸਿੱਧਾਂ ਉਸਦੇ ਪਿੱਛੇ ਆਉਂਦੀਆਂ ਨੇ। ਕਹਿੰਦੇ ਨੇ ਮਿਲ ਸੰਗਤ ਧੰਨ ਧੰਨ ਕਰੋ, ਸਾਧ ਸੰਗਤ ਐਸੇ ਹੱਥ ਧੰਨ ਗੁਰੂ ਰਾਮ ਸਾਹਿਬ
ਤੇ ਮਿਲ ਕੇ ਕਰੋ ਧੰਨ, ਕਰੋ ਧੰਨ, ਧੰਨ ਕਰੋ। ਤੋ ਜੇ ਸਤਿ ਪ੍ਰਭ ਪਾਛੈ ਸੋ ਸਤਿਗੁਰ ਰਹੋ ਨਰ। ਜਿਸ ਸਤਿਗੁਰੂ ਦੇ ਚਰਨਾਂ ਨਾਲ ਲੱਗ, ਜਿਸ ਸਤਿਗੁਰੂ ਜੀ ਦੇ ਦੀਦਾਰ ਕਰਕੇ ਸਤਿਗੁਰੂ ਨਾਲ ਲੋਕ ਜੁੜਦੇ ਹਾਂ, ਕਰਦੇ ਹਾਂ, ਹਿਰਦੇ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਸਰੂਪ ਕਹਿੰਦੇ ਪ੍ਰਭੂ ਪਾ ਲਈ ਸੋ ਸਤਿਗੁਰ ਸਿਮਰੋ ਨਰੋ। ਇਹ ਪ੍ਰਾਣੀਓ, ਇਹ ਮਨੁੱਖੋ, ਤੇ ਸਤਿਗੁਰੂ ਦਾ ਸਿਮਰਨ ਕਰੋ। ਭਟ ਧੰਨ ਕਰੋ, ਧੰਨ ਧੰਨ ਕਰੋ। ਸਤਿਗੁਰੂ ਦਾ ਨਾਮ ਉਚਾਰੋ, ਧੰਨ ਕਰੋ ਨਾਲ ਲੱਗ ਪ੍ਰਾਪਤ। ਜਿਹਦੇ ਚਰਨਾਂ ਨਾਲ ਨਾਮ ਨਿਤ ਪ੍ਰਾਪਤ ਨੇ। ਇੱਕ ਵਾਰ ਕਲਗੀਧਰ ਪਿਤਾ ਆਗਰੇ ਬਹਾਦਰ ਸ਼ਾਹ ਨੇ ਜਦੋਂ ਮਹਾਰਾਜ ਨੂੰ ਆਪਣੇ ਮਹੱਲਾਂ ਵਿੱਚ ਬੁਲਾਇਆ, ਦਰਬਾਰ ਵਿੱਚ, ਕਿ ਕਲਗੀਧਰ ਪਿਤਾ ਜੀ ਆਪ ਦੀ ਕਿਰਪਾ ਨਾਲ ਮੈਨੂੰ ਰਾਜ ਪ੍ਰਾਪਤ ਹੋਇਆ, ਹਿੰਦੁਸਤਾਨ ਦਾ ਰਾਜ, ਤੇ ਆਪ ਕਿਰਪਾ ਕਰ ਦਿਓ ਮੇਰੇ। ਤੇ ਜਦੋਂ ਸਤਿਗੁਰੂ ਨੇ ਜਾਣਾ ਤੋਂ ਬਾਹਰ ਵਜ਼ੀਰਾਂ ਨੂੰ ਕਿਹਾ, ਬੇਨਤੀ ਕਰਨੀ, ਘੋੜੇ ਤੇ ਚੜੇ ਹੋਏ ਦਰਬਾਰ ਵਿੱਚ ਸਤਿਗੁਰੂ ਜੀ ਘੋੜੇ ਤੇ ਸਵਾਰ ਹੋਏ ਹੋਏ ਅੰਦਰ ਗਏ ਤੇ ਉਸਨੇ ਸਤਿਗੁਰੂ ਜੀ ਦੇ ਚਰਨ ਰਕਾਬਾਂ ਤੋਂ ਆਪ ਬਹਾਦਰ ਸ਼ਾਹ ਸਤਿਗੁਰੂ ਜੀ ਨੂੰ ਘੋੜੇ ਮਾਰਿਆ ਸੀ ਤੇ ਬਿਠਾਇਆ। ਫਿਰ ਰੋਜ਼ ਸਤਿਗੁਰੂ ਉੱਥੇ ਦਰਸ਼ਨ ਦਿੰਦੇ ਨੇ। ਆ ਕੇ ਪਤਾ ਲੱਗਿਆ ਸਭ ਸੰਗਤਾਂ, ਧੰਨ ਗੁਰੂ ਨਾਨਕ ਤੋਂ ਲੈ ਕੇ ਇੱਥੇ ਤੱਕ ਸੰਗਤਾਂ ਨੇ ਅੱਜ ਹੋਰ ਲੱਗੀਆਂ ਰਹਿੰਦੀਆਂ ਨੇ। ਤੇ ਇੱਕ ਦਿਨ ਬਹਾਦਰ ਸ਼ਾਹ ਦਾ ਦਿਲ ਕੀਤਾ ਕਿ ਮੈਂ ਵੀ ਲਾਈਨ ਸੱਤਾਂ ਵਾਂਗੂ ਉਹ ਲਾਈਨ ਵਿੱਚ ਲੱਗ ਕੇ ਮੱਥਾ ਟੇਕ ਰਿਹਾ। ਸਤਿਗੁਰੂ ਜੀ ਅਸੀਸਾਂ ਦੇ ਰਹੇ ਹਨ। ਜਿਹੜਾ ਵੀ ਕੋਈ ਆਉਂਦਾ ਉਹਦੀ ਭਾਵਨਾ ਅਨੁਸਾਰ ਕਿਸੇ ਨੂੰ ਸਤਿਗੁਰੂ ਤੈਨੂੰ ਨਾਮ ਬਖਸ਼ਣ, ਸਤਿਗੁਰੂ ਤੈਨੂੰ ਸੁੱਖ ਬਖਸ਼ਣ। ਜਿਵੇਂ ਸਤਿਗੁਰੂ ਦੀ ਮੌਜ ਹੁੰਦੀ ਆਉਂਦੇ ਅਸੀਸ ਦਿੰਦੇ, ਜਿਵੇਂ ਕਿਸੇ ਦਿਲ ਪੜ੍ਹ ਲੈਂਦੇ ਹੋ ਖੁਸ਼ੀਆਂ ਬਾਤ ਇਵੇਂ ਸਤਿਗੁਰੂ ਮਿਹਰ ਦੀਆਂ ਕਰਦੇ ਸਾਰਿਆਂ ਨੂੰ ਰਹੇ। ਲੋਕ ਲੋਕ ਕਿਸੇ ਨੂੰ ਇਸ ਜਦੋਂ ਸਭ ਨੂੰ ਦੇ ਰਹੇ ਆ ਤੇ ਬਹਾਦਰ ਸ਼ਾਹ ਦੀ ਵਾਰੀ ਆਈ ਤੇ ਸਤਿਗੁਰੂ ਨੇ ਧੰਨ ਗੁਰੂ ਗੋਬਿੰਦ ਕਹਿ ਰਹੇ, ਗੁਰੂ ਰਾਮ, ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ। ਕਿ ਬਹਾਦਰ ਸ਼ਾਹ ਮਹਾਰਾਜ ਗਰੀਬ ਨਵਾਜ਼ ਅੱਜ ਜਦੋਂ ਸਾਰੇ ਮੱਥਾ ਟੇਕ ਰਹੇ ਸੀ, ਆਪ ਅਸੀਸਾਂ ਦੇ ਰਹੇ। ਜਦੋਂ ਦਾਸ ਨੇ ਮੱਥਾ ਟੇਕਿਆ, ਆਪ ਜੀ ਦੇ ਦਾਸ ਮੱਥਾ ਟੇਕਿਆ ਤਾਂ ਆਪ ਜੀ ਨੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਆਪਣੇ ਗੁਰੂ ਜੀ ਨੂੰ ਯਾਦ, ਮੇਰੇ ਵੱਡੇ ਜੀ ਦੇ ਤੋਂ ਮੈਂ ਵੱਡਿਆਂ ਦੇ ਧੰਨ ਸੁਣ ਰਿਹਾ ਸੀ, ਪਰ ਗਰੀਬ ਨਵਾਜ਼ ਦਾਸ ਦਾ ਕੁਝ ਲੈਣ ਆਇਆ। ਤੇ ਸਤਿਗੁਰੂ ਜੀ ਕਹਿਣ ਲੱਗੇ, ਬਹਾਦਰ ਸ਼ਾਹ ਜਦੋਂ ਤੂੰ ਆਇਆ ਨਾ, ਜਦੋਂ ਅਸੀਂ ਅੰਤਰ ਦ੍ਰਿਸ਼ਟੀ ਨਾਲ ਵੇਖਿਆ ਤੇ ਸਾਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਯਾਦ ਆ ਗਈ ਕਿ ਤੂੰ ਕਿਸੇ ਜਨਮ ਵਿੱਚ ਇਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਕਰ ਰਿਹਾ ਤੇ ਤੂੰ ਅੱਤ ਕਰੀ। ਤੇ ਉਸ ਤੂੰ ਸੁਣਿਆ ਗੁਰੂ ਘਰ ਵਿੱਚ ਜਾ ਕੱਟੀ ਜਾਂਦੀ, ਦੁੱਖ ਕੱਟੇ ਜਾਂਦੇ, ਤੇ ਤੂੰ ਫਿਰ ਕਿਸੇ ਤੋਂ ਕਿਵੇਂ, ਤੈਨੂੰ ਗੁਰਮੁਖਾਂ ਨੇ ਜਾ ਕੇ ਸੇਵਾ ਕਰ।
ਉਸ ਵੇਲੇ ਇਮਾਰਤਾਂ ਦੀ, ਸਰੋਵਰ ਦੀ ਇਹ ਸੇਵਾ ਚੱਲ ਰਹੀ। ਅੰਮ੍ਰਿਤਸਰ ਸ਼ਹਿਰ ਵਸਾਇਆ ਜਾ ਰਿਹਾ ਸੀ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਰਾਜ ਤੇ ਜੋਗ ਦੀਆਂ ਦਾਤਾਂ ਵੰਡ। ਉਸ ਵੇਲੇ ਉਹ ਫਿਰ ਆ ਕੇ ਸੇਵਾ ਲੱਗਿਆ ਕਰ, ਤੇ ਜਦੋਂ ਇੱਕ ਲਾਈਨ ਵਿੱਚ ਤੂੰ ਖਲੋ ਜਿਆ ਕਰੇ, ਕਲਗੀਧਰ ਪਿਤਾ ਕਹਿਣ ਲੱਗੇ ਤੈਨੂੰ ਦਿਹਾੜੀ ਟੱਕਾ 2 ਟਕੇ, ਤੇ ਤੂੰ ਕਵੇਂ ਮੈਨੂੰ ਤਾਂ ਗੁਰੂ ਨਹੀਂ ਦਿੰਦੇ, ਦਿਹਾੜੀ ਜ਼ਰੂਰ। ਫਿਰ ਕਿਸੇ ਗੁਰਮੁਖ ਨੇ ਕਿਹਾ ਇਹ ਦਿਹਾੜੀ ਵਾਲਿਆਂ ਦੀ ਬੈਠਦੇ ਨੇ ਜਿਹੜੇ ਨੂੰ ਦਿਹਾੜੀ। ਦੂਸਰੀ ਲਾਈਨ ਹੈ ਜਿਹੜੇ ਨਿਸ਼ਕਾਮ ਸੇਵਾ ਕਰਦੇ ਨੇ, ਜਿਹੜੇ ਪੈਸਿਆਂ ਕਰਕੇ ਦਿਹਾੜੀ ਨਹੀਂ ਕਰਦੇ, ਜਿਹੜੇ ਸੇਵਾ ਰੂਪ ਵਿੱਚ ਆ ਕੇ ਸੇਵਾ ਕਰਦੇ, ਦਿਹਾੜੀ ਨਹੀਂ ਕਰਦੇ। ਗੁਰੂ ਘਰ ਵਿੱਚ 2 ਤਰ੍ਹਾਂ ਸੇਵਾ ਕਰਦੇ। ਕਈ ਤਾਂ ਦਿਹਾੜੀ ਵਾਸਤੇ ਵੀ ਮਿਸਤਰੀ ਲਗਾਏ ਜਾਂਦੇ ਨੇ, ਕਈ ਸ਼ਰਧਾ ਨਾਲ ਮਿਸਤਰੀ ਆ ਕੇ ਸੇਵਾ ਕਰਦੇ ਨੇ। ਕੋਈ ਟੋਕਰੀ ਉਹਨਾਂ ਨੂੰ ਤੇ ਸੰਗਤਾਂ ਆ ਕੇ ਟੋਕਰੀ ਤੋਂ ਉਹਨਾਂ ਨੂੰ ਪੈਸਿਆਂ, ਉਹਨਾਂ ਨੂੰ ਦੀ ਦਿਹਾੜੀ, ਉਹਨਾਂ ਨੂੰ ਆਸ਼ੀਰਵਾਦਾਂ ਮਿਲ। ਰਿੱਧ ਸਿੱਧ ਨਾਮ ਨਿਤ ਪਾਸ। ਸੋ ਰਾਜਨ, ਤੂੰ ਉਸ ਉਮਰ ਵਿੱਚ ਉਸ ਗਰੀਬੀ ਵਿੱਚ ਸੇਵਾ ਕਰਦਾ ਸੈਂ, ਤੇ ਜਦੋਂ ਤੂੰ ਆਸ਼ੀਰਵਾਦ ਵਾਲੀ ਲਾਈਨ ਵਿੱਚ ਖਲੋਤਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰੂ ਨੇ ਜਾ ਪੜਿਆ ਤੇ ਤੋਂ ਪੁੱਛਿਆ, ਗੁਰਮੁਖਾ ਬਜ਼ੁਰਗਾ ਤੈਨੂੰ ਕੀ ਚਾਹੀਦਾ? ਤੂੰ ਬੇਨਤੀ ਕੀਤੀ ਮਹਾਰਾਜ ਘਰ 'ਚ ਬੜੀ ਗਰੀਬੀ ਹੈ, ਘਰ ਵਿੱਚ ਬੜਾ ਦੁੱਖ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਜਾ ਰੱਜ ਕੇ ਖਾਵੇਂਗਾ ਤੇ ਤੂੰ ਗੁਰੂ ਨਾਨਕ ਦੇ ਘਰ ਵਿੱਚ ਸਵਾਰੀ ਹੋਇਆ, ਜਾਂ ਤੈਨੂੰ ਇੱਕ ਜਨਮ ਵਿੱਚ ਹਿੰਦੁਸਤਾਨ ਦਾ ਰਾਜਾ ਬਣਾ। ਹੇ ਬਹਾਦਰ, ਅੱਜ ਮੈਨੂੰ ਉਹ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਯਾਦ ਆ ਗਏ ਜਦੋਂ ਤੂੰ ਲਾਈਨ ਤੱਕ ਹੋਇਆ। ਇੱਥੇ ਲਾਈਨ ਪੁੱਤਾ ਮੈਨੂੰ ਦਿਸਿਆ, ਜਦੋਂ ਅੰਤਰ ਦ੍ਰਿਸ਼ਟੀ ਨਾਲ ਤੈਨੂੰ ਵੇਖਿਆ, ਤੂੰ ਆਪਣੇ ਪਿਛਲੇ ਇੱਕ ਜਨਮ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦੇ ਦਰਸ਼ਨਾਂ ਲਈ ਲਾਈਨ ਵਿੱਚ ਖਲੋਤਾ ਹੋਇਆ। ਤੈਨੂੰ ਉਹ ਹਰਿਮੰਦਰ ਸਾਹਿਬ ਦੀਆਂ, ਸਰੋਵਰ ਦੀਆਂ, ਉਹਨਾਂ ਜੋ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਬਾਜ਼ਾਰ ਵਸਾ ਰਹੇ ਸਨ ਤੇ ਅੰਮ੍ਰਿਤਸਰ ਸਾਹਿਬ ਦੀ ਉਸਾਰੀ ਕਰਵਾ ਰਹੇ ਸਨ, ਉਹ ਸੇਵਾਵਾਂ ਕਰਨ ਦਾ ਫਲ ਮਿਲਿਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਰੀਤ ਲੈ ਕੇ ਪ੍ਰਸੰਨ ਹੋ ਗਏ। ਸਾਧ ਸੰਗਤ ਜੀ, ਐਸੇ ਸਤਿਗੁਰੂ ਸੋਈ ਰਾਮਦਾਸ ਗੁਰ ਬਲ ਭਾਣ, ਦਿਲ ਸੰਗਤ ਧੰਨ ਧੰਨ ਕਰੋ, ਧੰਨ ਕਰੋ, ਧੰਨ ਧੰਨ ਕਰੋ। ਮਿਲ ਗਤ ਧੰਨ ਧੰਨ ਕਰੋ। ਧੰਨ ਧੰਨ ਕਰੋ, ਧੰਨ ਕਰੋ, ਧੰਨ ਧੰਨ ਕਰੋ। ਤੋ ਸਾਧ ਸੰਗਤ ਜੀਓ, ਭਾਗਾਂ ਵਾਲਿਓ, ਜੋ ਗੁਰੂ ਨੂੰ ਹਰ ਮਹੀਨੇ ਆ ਕੇ ਇਸ ਪੂਰਨਮਾਸ਼ੀ ਦੇ ਦਿਹਾੜੇ ਆ ਕੇ ਹਾਜ਼ਰੀਆਂ ਲਗਵਾਉਂਦੇ ਹੋ। ਕਈ ਸੰਗਤਾਂ ਘਰਾਂ ਵਿੱਚ ਬੈਠੀਆਂ ਹਾਜ਼ਰੀਆਂ। ਆ ਜੋ ਸੰਤ ਅਜਮੇਰ ਸਿੰਘ ਜੀ ਉਪਰਾਲਾ ਕਰਦੇ ਨੇ, ਨੈਟ ਤੇ ਜੋ ਇਹ ਸਾਰਾ ਪ੍ਰੋਗਰਾਮ ਦਿਖਾਉਂਦੇ ਨੇ, ਸੰਗਤਾਂ ਘਰਾਂ ਵਿੱਚ ਬੈਠ ਕੇ, ਕਈ ਜੋ ਨਹੀਂ ਆ ਸਕਦੇ ਘਰਾਂ 'ਚ ਪਾਠ ਕਰਕੇ ਹਾਜ਼ਰੀਆਂ। ਅੱਜ ਅਸੀਂ ਇੱਥੇ ਅਯੁੱਧਿਆ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਿਹਾਸਕ ਸਥਾਨ ਤੇ ਗੁਰਦੁਆਰਾ ਨਜ਼ਰਬਾਗ ਵਿਖੇ ਬੈਠੇ ਹਾਂ। ਤੇ ਇੱਥੇ ਵੀ ਇਸ ਸ਼ਹਿਰ ਦੀਆਂ ਕਈ ਸੰਗਤਾਂ ਆਈਆਂ, ਕਹਿੰਦੇ ਜੀ ਅਸੀਂ ਇਸ ਵਾਰ ਜਾ ਨਹੀਂ ਸਕੇ ਤੇ ਅਸੀਂ ਸੁਖਮਨੀ ਸਾਹਿਬ ਦੇ ਪਾਠ ਕਰਨ ਵਾਸਤੇ ਆਏ ਹਾਂ, ਅਸੀਂ ਹਾਜ਼ਰੀ ਭਰਨ ਆਏ। ਇਵੇਂ ਕਈ ਸੰਗਤਾਂ ਘਰਾਂ ਵਿੱਚ ਬੈਠ ਕੇ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਹੋਣਗੀਆਂ।
ਹਾਜ਼ਰੀ ਇੱਥੇ ਲਗਵਾਉਂਦੀਆਂ ਹੋਣਗੀਆਂ। ਹਾਜ਼ਰੀ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਲੱਗਦੀ ਹੋਵੇਗੀ। ਇਹ ਕੱਲ ਤਾਰਨ ਗੁਰੂ ਨਾਨਕ ਆਇਆ, ਹਾਜ਼ਰੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਲੱਗਦੀ ਹੋਵੇਗੀ। ਵਿਦੇਸ਼ਾਂ 'ਚ ਬੈਠੀਆਂ ਸੰਗਤਾਂ, ਹੋਰ ਪਿੰਡਾਂ ਸ਼ਹਿਰਾਂ ਵਿੱਚ ਬੈਠੀਆਂ ਸੰਗਤਾਂ ਇੱਥੇ ਨਾਲ ਜੁੜੀਆਂ ਹੋਈਆਂ ਨੇ, ਪੂਰਨਮਾਸ਼ੀ ਤੇ ਹਾਜ਼ਰੀਆਂ ਭਰ ਰਹੇ ਨੇ ਮਨ ਕਰਕੇ। ਤੋ ਗੈਰ ਹਾਜ਼ਰ ਹਾਜ਼ਰ, ਹਾਜ਼ਰ ਗੈਰ ਹਾਜ਼ਰ, ਕਈ ਵਾਰੀ ਇਹ ਵੀ ਹੋ ਜਾਂਦਾ। ਤੋ ਸਤਿਗੁਰੂ ਮਿਹਰਾਂ ਕਰਨ, ਜਿਹੜੇ ਹਾਜ਼ਰ ਬੈਠੇ ਹੋ ਤੁਹਾਡੀਆਂ ਤਾਂ ਹਾਜ਼ਰੀਆਂ ਲੱਗ ਹੀ ਰਹੀਆਂ ਨੇ, ਪਰ ਜਿਹੜੇ ਘਰਾਂ 'ਚ ਬੈਠੇ, ਵਿਦੇਸ਼ਾਂ 'ਚ ਬੈਠੇ, ਦੇਸ਼ 'ਚ ਬੈਠੇ ਸਾਰੇ ਸੰਗੀ ਆ ਜੋ ਉਪਰਾਲਾ ਕਰ ਰਹੇ ਹਨ ਸੰਤ ਅਜਮੇਰ ਸਿੰਘ ਜੀ, ਇਹ ਸਾਰੇ ਸੰਗੀ ਆਨੰਦ ਮਾਣ ਰਹੇ ਨੇ। ਤੋ ਸਾਡੇ ਸਾਥੀ ਸਤਿਕਾਰਯੋਗ ਸੰਤ ਅਮਰਜੀਤ ਸਿੰਘ ਜੀ, ਬਾਬਾ ਭੋਲਾ ਜੀ ਬਹੁਤ ਸੋਹਣੇ ਢੰਗ ਨਾਲ ਸਟੇਜ ਦੀ ਸੇਵਾ ਤੇ ਸਾਰੀ ਪੂਰਨਮਾਸ਼ੀ, ਗੁਰਪੁਰਬ, ਹੋਰ ਜੋ ਸਮਾਗਮ ਹੁੰਦੇ ਨੇ ਸਭ ਨਿਭਾਉਣ ਦਾ ਬਹੁਤ ਸੋਹਣਾ ਉਦਮ ਕਰਦੇ ਨੇ, ਹਮੇਸ਼ਾ ਜ਼ਿੰਮੇਵਾਰੀਆਂ ਨਿਭਾਉਂਦੇ ਨੇ। ਸੰਤ ਅਜਮੇਰ ਸਿੰਘ ਜੀ ਤੇ ਸੰਤ ਅਮਰਜੀਤ ਸਿੰਘ ਜੀ ਦਾ ਬਹੁਤ ਧੰਨਵਾਦ। ਸਾਰੀ ਦਰ ਤੇ ਆਈ ਹੋਈ ਸਾਧ ਸੰਗਤ ਦਾ, ਸਾਰੇ ਘਰਾਂ ਵਿੱਚ ਬੈਠੇ, ਦੇਸ਼ ਵਿੱਚ ਵਿਦੇਸ਼ ਵਿੱਚ ਬੈਠੇ ਹੋਏ ਸੰਗੀਆਂ ਦਾ ਧੰਨਵਾਦ। ਪਿਆਰ ਸਤਿਕਾਰ ਸਹਿਤ ਗੁਰਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਬਾਬਾ ਜੀ ਨੇ ਕਿਰਪਾ ਕੀਤੀ, ਆਪਣੇ ਪ੍ਰਵਚਨਾਂ ਦੁਆਰਾ ਸਭ ਸੰਗਤਾਂ ਨੂੰ ਕਿਰਤਾਰਥ ਕੀਤਾ ਅਤੇ ਬਲ ਭੱਟ ਜੀ ਦੇ ਬਚਨਾਂ ਨੂੰ ਮੁੱਖ ਰੱਖ ਕੇ ਕਲਗੀਧਰ ਸੱਚੇ ਪਾਤਸ਼ਾਹ ਦਾ ਪ੍ਰਸੰਗ ਆਪ ਜੀ ਨੂੰ ਸਰਵਣ ਕਰਾਇਆ। ਆਪਾਂ ਬਾਬਾ ਜੀ ਦਾ ਧੰਨਵਾਦ ਕਰੀਏ। ਦਾਸ ਜਕਾਰਾ ਬੁਲਾਵੇਗਾ, ਆਪ ਸਭ ਨੇ ਪਿੱਛੇ ਉੱਚੀ ਆਵਾਜ਼ ਦੇ ਵਿੱਚ, ਕਿਉਂਕਿ ਬਾਬਾ ਜੀ ਵੀ ਦੇਖ ਰਹੇ ਹਨ। ਦਾਸ ਜਕਾਰਾ ਬੁਲਾਵੇਗਾ, 1 2, ਫਿਰ ਸਿੰਘਾਂ ਵੱਲੋਂ 2, ਫਿਰ ਬੀਬੀਆਂ ਵੱਲੋਂ ਜਕਾਰੇ ਬੁਲਾਈ ਜਾਣ। ਆਪਾਂ ਬਾਬਾ ਜੀ ਦਾ ਧੰਨਵਾਦ ਕਰੀਏ ਕਿ ਇੰਨੀ ਦੂਰ ਬੈਠੇ ਵੀ ਆਪਣਾ ਆਸ਼ੀਰਵਾਦ ਸਾਨੂੰ ਉਹਨਾਂ ਨੇ ਭੇਜਿਆ ਹੈ। ਅਸੀਂ ਉਹਨਾਂ ਦੇ ਚਿੰਤਨ ਵਿੱਚ ਹਾਂ, ਭਾਵ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਹਾਂ। ਅਤੇ ਆਪਾਂ ਰੋਜ਼ ਪੜ੍ਹਦੇ ਹਾਂ, ਸੁਣਦੇ ਹਾਂ, ਊੜੈ ਊੜ ਆਵੈ ਸਹਿ ਕੋਸਾ, ਤਿਸ ਪਾਛੇ ਬਚਰੇ ਛਰਿਆ, ਤਿੰਨ ਕਵਣ ਖਲਾਵੈ, ਬੋਲੋ ਗੱਜ ਵੱਜ ਕੇ, ਮਨ ਮੈਂ ਸਿਮਰਨ ਹੈ। ਬਸ ਚਿੱਤ ਦੀ ਚਿਤਵਨੀ, ਯਾਦ। ਸਿਮਰਨ ਦੇ ਆਖਰੀ ਅਰਥ ਹੈ ਯਾਦ। ਤੁਸੀਂ ਜਿੰਨੇ ਵੀ ਬੈਠੇ ਹੋ ਪ੍ਰੇਮੀਓ, ਸਭ ਬਾਬਾ ਜੀ ਦੀ ਯਾਦ ਵਿੱਚੋਂ 10 ਹੁਣ ਜਕਾਰਾ ਬੁਲਾਵੇਗਾ, ਗੱਜ ਵੱਜ ਕੇ ਜਵਾਬ ਦੇਣਾ। ਫਿਰ 2 ਜਕਾਰੇ ਸਿੰਘਾਂ ਵੱਲੋਂ, 2 ਬੀਬੀਆਂ ਵੱਲੋਂ ਬਾਬਾ ਜੀ ਦੇ ਧੰਨਵਾਦ ਵਾਸਤੇ। ਬੋਲੇ ਸੋ ਨਿਹਾਲ।